Hello students, beta in this video we are going to finish our unit 8th ਦੇ ਸਿਰਫ ਇੱਕ ਜਾਂ ਦੋ ਟੌਪਿਕਸ ਰਹਿ ਗਏ, ਉਹਨਾਂ ਨੂੰ ਫਿਨਿਸ਼ ਕਰਦੇ ਹਾਂ ਬਸ ਆਪਾਂ। ਓਕੇ, ਫਸਟ ਟੌਪਿਕ ਇਜ਼ ਨਿਊਕਲੀਅਰ ਸਾਈਜ਼। ਨਿਊਕਲੀਅਰ ਦਾ ਸਾਈਜ਼ ਬਾਰੇ ਡਿਸਕਸ ਕਰਨਾ ਹੈ, ਉਹਦੇ ਰੇਡੀਅਸ ਬਾਰੇ ਡਿਸਕਸ ਕਰਨਾ ਹੈ, ਉਹਦੇ ਵੋਲੀਅਮ ਬਾਰੇ ਡਿਸਕਸ ਕਰਨਾ ਬੇਟਾ। ਕਲੀਅਰ? ਹੁਣ ਆਪਾਂ ਨੂੰ ਪਤਾ ਵੀ ਜਿਹੜਾ ਨਿਊਕਲੀਅਸ ਹੁੰਦਾ ਹੈ, ਨਿਊਕਲੀਅਸ ਦੇ ਅੰਦਰ ਕਿਹੜੇ ਕਿਹੜੇ ਪਾਰਟੀਕਲਸ ਹੁੰਦੇ ਨੇ। ਨਿਊਕਲੀਅਸ ਦੇ ਅੰਦਰ ਇੱਕ ਤਾਂ ਹੁੰਦੇ ਨੇ ਪ੍ਰੋਟੋਨਸ, ਇੱਕ ਹੁੰਦੇ ਨੇ ਨਿਊਟਰੋਨਸ। ਇਹੀ ਦੋ ਪਾਰਟੀਕਲਸ ਹੁੰਦੇ ਨੇ। ਇਹਨਾਂ ਦੋਨਾਂ ਪਾਰਟੀਕਲਸ ਦਾ ਕੰਬਾਈਨਡ ਨੇਮ ਮੈਂ ਤੁਹਾਨੂੰ ਦੱਸਿਆ ਸੀਗਾ, ਪ੍ਰੋਟੋਨਸ ਤੇ ਨਿਊਟਰੋਨਸ ਦਾ ਕੰਬਾਈਨਡ ਨੇਮ ਅਸੀਂ ਇਹਨਾਂ ਨੂੰ ਬੋਲਦੇ ਨੇ ਨਿਊਕਲੀਓਨਸ। ਠੀਕ ਹੈ, ਪ੍ਰੋਟੋਨਸ ਹੁੰਦੇ ਨੇ Z, ਨਿਊਟਰੋਨਸ ਹੁੰਦੇ ਨੇ A-Z। A is mass number, Z is atomic number। ਸਾਰਾ ਕੁਝ ਆਲਰੇਡੀ ਤੁਹਾਨੂੰ ਮੈਂ ਦੱਸ ਚੁੱਕਿਆ ਹੈ ਨਾ। ਤਾਂ ਟੋਟਲ ਨੰਬਰ ਆਫ ਨਿਊਕਲੀਓਨਸ ਕਿੰਨੇ ਹੋਏ ਇਨਸਾਈਡ ਦਾ ਨਿਊਕਲੀਅਸ? ਟੋਟਲ ਨੰਬਰ ਆਫ ਨਿਊਕਲੀਓਨਸ ਇਨਸਾਈਡ ਨਿਊਕਲੀਅਸ। ਨਿਊਕਲੀਅਸ ਦੇ ਅੰਦਰ ਟੋਟਲ ਨੰਬਰ ਆਫ ਨਿਊਕਲੀਓਨਸ ਕਿੰਨੇ ਹੋਏ? ਮਤਲਬ ਸਮ ਆਫ ਪ੍ਰੋਟੋਨਸ ਪਲਸ ਸਮ ਆਫ ਨਿਊਟਰੋਨਸ, ਹੈ ਨਾ। ਪ੍ਰੋਟੋਨਸ ਤੇ ਨਿਊਟਰੋਨਸ ਦਾ ਸਮ ਕਰ ਦਿਓ, ਇੰਨੇ ਆਏ ਟੋਟਲ ਨੰਬਰ ਆਫ ਨਿਊਕਲੀਓਨਸ, ਜਿੰਨਾ ਮਾਸ ਨੰਬਰ ਹੁੰਦਾ ਹੈ ਨਾ ਬੇਟਾ। ਹੁਣ ਸਿੰਪਲ ਜੀ ਗੱਲ ਹੈ, ਜੇ ਨੰਬਰ ਆਫ ਨਿਊਕਲੀਓਨਸ ਘੱਟ ਹੋਣਗੇ ਤਾਂ ਨਿਊਕਲੀਅਸ ਛੋਟਾ ਹੋਏਗਾ, ਜੇ ਨੰਬਰ ਆਫ ਨਿਊਕਲੀਓਨਸ ਜ਼ਿਆਦਾ ਹੋਣਗੇ ਤਾਂ ਨਿਊਕਲੀਅਸ ਦਾ ਸਾਈਜ਼ ਵੱਡਾ ਹੋਏਗਾ। ਸਾਈਜ਼ ਆਫ ਨਿਊਕਲੀਅਸ directly proportional to the number of nucleons। ਜਿੰਨੇ ਨਿਊਕਲੀਓਨਸ ਘੱਟ ਉਨਾ ਸਾਈਜ਼ ਛੋਟਾ, ਜਿੰਨੇ ਨਿਊਕਲੀਓਨਸ ਜ਼ਿਆਦਾ ਉਨਾ ਸਾਈਜ਼ ਵੱਡਾ, ਹੈ ਨਾ। ਤਾਂ ਇਸ ਦੇ ਬਿਹਾਫ 'ਤੇ ਵੋਲੀਅਮ ਆਫ ਨਿਊਕਲੀਅਸ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਹੋ ਗਿਆ ਨੰਬਰ ਆਫ ਨਿਊਕਲੀਓਨਸ, ਮਤਲਬ ਮਾਸ ਨੰਬਰ। ਜਿੰਨਾ ਮਾਸ ਨੰਬਰ ਬੇਟਾ, ਜਿੰਨਾ ਮਾਸ ਨੰਬਰ ਜ਼ਿਆਦਾ ਹੋਏਗਾ ਉਨੇ ਨਿਊਕਲੀਓਨਸ ਜ਼ਿਆਦਾ ਹੋਣਗੇ, ਉਨਾ ਨਿਊਕਲੀਅਸ ਦਾ ਵੋਲੀਅਮ ਜ਼ਿਆਦਾ ਹੋਏਗਾ। ਜਿੰਨਾ ਮਾਸ ਨੰਬਰ ਘੱਟ ਹੋਏਗਾ ਹੈ ਨਾ, ਉਨੇ ਉਸ 'ਚ ਨਿਊਕਲੀਓਨਸ ਘੱਟ ਹੋਣਗੇ, ਉਨਾ ਵੋਲੀਅਮ ਘੱਟ ਹੋਏਗਾ। ਤਾਂ ਵੋਲੀਅਮ ਆਫ ਨਿਊਕਲੀਅਸ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਮਾਸ ਨੰਬਰ ਹੋ ਗਿਆ। ਘੱਟ ਪਾਰਟੀਕਲਸ ਹੈ, ਵੋਲੀਅਮ ਘੱਟ ਹੋਏਗਾ, ਨਿਊਕਲੀਅਸ ਛੋਟਾ ਹੋਏਗਾ। ਜ਼ਿਆਦਾ ਪਾਰਟੀਕਲਸ ਹੈ, ਵੋਲੀਅਮ ਜ਼ਿਆਦਾ ਹੋਏਗਾ, ਨਿਊਕਲੀਅਸ ਵੱਡਾ ਹੋਏਗਾ, ਹੈ ਨਾ। ਨਿਊਕਲੀਅਸ ਕਿਸ ਸ਼ੇਪ ਦਾ ਬੇਟਾ? ਸਫੈਰੀਕਲ ਸ਼ੇਪ ਦਾ। ਸਫੈਰੀਕਲ ਸ਼ੇਪ ਦਾ ਤਾਂ ਉਹਦੇ ਵੋਲੀਅਮ ਦਾ ਫਾਰਮੂਲਾ ਕੀ ਬਣੇਗਾ? 4/3π r³। r ਇਜ਼ ਰੇਡੀਅਸ ਆਫ ਨਿਊਕਲੀਅਸ, ਨਿਊਕਲੀਅਸ ਦਾ ਰੇਡੀਅਸ। ਇਸ 'ਚੋਂ 4 ਕੌਂਸਟੈਂਟ, 3 ਕੌਂਸਟੈਂਟ, π ਕੌਂਸਟੈਂਟ, ਤਾਂ ਕੌਂਸਟੈਂਟਸ ਖਤਮ ਕਰ ਦਿਓ। r³ ਡਾਇਰੈਕਟਲੀ ਪ੍ਰਪੋਰਸ਼ਨਲ ਟੂ a ਲਿਖ ਸਕਦੇ ਨਾ ਬੇਟਾ। r ਡਾਇਰੈਕਟਲੀ ਪ੍ਰਪੋਰਸ਼ਨਲ ਟੂ a ਦੀ ਪਾਵਰ 1/3। ਪ੍ਰਪੋਰਸ਼ਨੈਲਿਟੀ ਸਿੰਬਲ ਹਟਾਓਗੇ, ਕੌਂਸਟੈਂਟ ਲਗਾਓਗੇ, ਕੌਂਸਟੈਂਟ ਲਗਾਵਾਂਗੇ ਆਪਾਂ ਨੇ r0। ਇਹ ਬੇਟਾ ਰੇਡੀਅਸ ਦਾ ਫਾਰਮੂਲਾ ਬਣ ਗਿਆ। ਇਸ 'ਚੋਂ a ਇਜ਼ ਮਾਸ ਨੰਬਰ, r is radius of nucleus and r0 is empirical constant। empirical constant and empirical constant ਦੀ ਵੈਲਿਊ ਬੇਟਾ 1.2 10⁻⁻15 ਮੀਟਰ, ਮਤਲਬ 1.2 ਫਰਮੀ ਇੰਨੀ ਹੁੰਦੀ ਹੈ empirical constant r0 ਦੀ ਵੈਲਿਊ। ਤਾਂ ਆਪਾਂ ਇਹ ਫਾਰਮੂਲਾ ਲਗਾ ਕੇ r ਇਜ਼ ਇਕੁਅਲ ਟੂ r0 a ਦੀ ਪਾਵਰ 1/3 ਲਗਾ ਕੇ ਕਿਸੇ ਵੀ ਐਟਮ ਦੇ ਨਿਊਕਲੀਅਸ ਦਾ ਰੇਡੀਅਸ ਫਾਈਂਡ ਕਰ ਸਕਦੇ ਹਾਂ। ਐਂਡ ਜਦੋਂ ਰੇਡੀਅਸ ਫਾਈਂਡ ਹੋ ਗਿਆ ਫਿਰ ਅਸੀਂ ਵੋਲੀਅਮ ਫਾਈਂਡ ਕਰ ਸਕਦੇ ਹਾਂ। वॉल्यूम ऑफ न्यूक्लियस 4/3π r³ लगा, समझ गए।
ਤਾਂ ਇਹ ਰੇਡੀਅਸ ਦਾ ਫਾਰਮੂਲਾ ਬੇਟਾ, ਰੇਡੀਅਸ ਫਾਈਂਡ ਆਊਟ ਹੋ ਗਿਆ। ਫਿਰ ਤੁਸੀਂ ਰੇਡੀਅਸ ਦੀ ਵੈਲਿਊ ਰਿਪੁੱਟ ਕਰਕੇ ਵੋਲੀਅਮ ਫਾਈਂਡ ਆਊਟ ਕਰ ਸਕਦੇ ਹੋ। ਵੋਲੀਅਮ ਪਤਾ ਚੱਲ ਗਿਆ, ਦੈਟ ਮੀਨਸ ਤੁਹਾਨੂੰ ਨਿਊਕਲੀਅਸ ਦਾ ਕੀ ਪਤਾ ਚੱਲ ਗਿਆ, ਸਾਈਜ਼, ਵੀ ਕਿਹੜਾ ਨਿਊਕਲੀਅਸ ਛੋਟਾ ਹੁੰਦਾ, ਕਿਹੜਾ ਨਿਊਕਲੀਅਸ ਵੱਡਾ ਹੁੰਦਾ। ਦਿਸ ਇਜ਼ ਅਬਾਊਟ ਨਿਊਕਲੀਅਰ ਸਾਈਜ਼। ਨਾਓ ਕਮ ਟੂ ਨਿਊਕਲੀਅਰ ਡੈਂਸਿਟੀ। ਨਿਊਕਲੀਅਰ ਡੈਂਸਿਟੀ, ਕਿਸੇ ਵੀ ਚੀਜ਼ ਦੀ ਡੈਂਸਿਟੀ ਕਿਸ ਦੇ ਇਕੁਅਲ ਹੁੰਦੀ ਹੈ ਬੇਟਾ, ਮਾਸ ਪਰ ਯੂਨਿਟ ਵੋਲੀਅਮ। ਤਾਂ ਦੈਟ ਮੀਨਸ ਜੇ ਤੁਸੀਂ ਨਿਊਕਲੀਅਸ ਦੀ ਡੈਂਸਿਟੀ ਫਾਈਂਡ ਆਊਟ ਕਰਨੀ ਹੈ, density of nucleus, that it is equal to mass of nucleus upon volume of nucleus। ਨਿਊਕਲੀਅਸ ਦੀ ਡੈਂਸਿਟੀ ਫਾਈਂਡ ਕਰਨੀ ਹੈ ਤਾਂ ਤੁਹਾਨੂੰ ਇੱਕ ਨਿਊਕਲੀਅਸ ਦਾ ਮਾਸ ਪਤਾ ਕਰਨਾ ਪਏਗਾ, ਇੱਕ ਨਿਊਕਲੀਅਸ ਦਾ ਵੋਲੀਅਮ ਪਤਾ ਕਰਨਾ ਪਏਗਾ। ਚਲੋ ਆਪਾਂ ਦੋਨੇ ਚੀਜ਼ਾਂ ਫਾਈਂਡ ਆਊਟ ਕਰਦੇ ਹਾਂ। ਇੱਧਰ ਵੋਲੀਅਮ ਆਫ ਨਿਊਕਲੀਅਸ ਫਾਈਂਡ ਆਊਟ ਕਰਦੇ ਹਾਂ। ਨਿਊਕਲੀਅਸ ਦਾ ਰੇਡੀਅਸ ਤੁਹਾਨੂੰ ਮੈਂ ਹੁਣੇ ਫਾਈਂਡ ਕਰਕੇ ਦੇ ਚੁੱਕਿਆ, R ਇਜ਼ ਇਕੁਅਲ ਟੂ R ਨੋਡ A ਦੀ ਪਾਵਰ 1/3। ਵੋਲੀਅਮ ਆਫ ਨਿਊਕਲੀਅਸ, ਵੋਲੀਅਮ ਦਾ ਫਾਰਮੂਲਾ 4/3 ਪਾਈ R ਕਿਊਬ ਹੈ ਨਾ, 4/3 ਪਾਈ R ਦੀ ਵੈਲਿਊ ਪੁੱਟ ਕਰ ਦਿਓ, R ਨੋਡ A ਦੀ ਪਾਵਰ 1/3 ਦਾ ਕਿਊਬ ਹੈ ਨਾ, ਕਿੰਨਾ ਬਣ ਜਾਏਗਾ ਬੇਟਾ, 4/3 ਪਾਈ R ਨੋਡ ਕਿਊਬ, A ਦੀ 1/3 ਦੀ 3 ਨਾਲ 3 ਕੱਟ ਕੇ A। ਦਿਸ ਇਜ਼ ਵੋਲੀਅਮ। ਇਹ ਨਿਊਕਲੀਅਸ ਦਾ ਵੋਲੀਅਮ ਆ ਗਿਆ ਬੇਟਾ। ਹੁਣ ਆਪਾਂ ਕੱਢਦੇ ਹਾਂ ਨਿਊਕਲੀਅਸ ਦਾ ਮਾਸ, ਮਾਸ ਆਫ ਨਿਊਕਲੀਅਸ। ਠੀਕ ਹੈ, ਮਾਸ ਆਫ ਪ੍ਰੋਟੋਨ ਆਲਮੋਸਟ ਮਾਸ ਆਫ ਨਿਊਟਰੋਨ ਦੇ ਇਕੁਅਲ ਹੁੰਦਾ। ਦੋਨੇ ਮਾਸਿਸ ਪਾਰਟੀਕਲਸ ਦੇ ਆਲਮੋਸਟ ਸੇਮ ਹੁੰਦੇ ਨੇ। ਠੀਕ ਹੈ, ਲੈਟ ਕਰ ਲਓ। ਮਾਸ ਆਫ ਨਿਊਕਲੀਓਨ ਕਿੰਨਾ ਹੁੰਦਾ ਬੇਟਾ, ਇਹ 1.67 10⁻27 kg ਇੰਨਾ ਹੁੰਦਾ। ਮਾਸ ਆਫ ਪ੍ਰੋਟੋਨ, ਮਾਸ ਆਫ ਨਿਊਟਰੋਨ ਹੈ ਨਾ, ਕਿੰਨਾ ਹੁੰਦਾ ਬੇਟਾ, 1.67 10⁻27 kg। ਵੈਸੇ ਮਾਸ ਆਫ ਪ੍ਰੋਟੋਨ, ਮਾਸ ਆਫ ਨਿਊਟਰੋਨ, ਮਾਸ ਆਫ ਪ੍ਰੋਟੋਨ ਨਾਲੋਂ ਥੋੜ੍ਹਾ ਜਿਹਾ ਜ਼ਿਆਦਾ ਹੁੰਦਾ। ਮਾਸ ਆਫ ਨਿਊਟਰੋਨ ਹੁੰਦਾ 1.6749 10⁻27 ਐਂਡ ਮਾਸ ਆਫ ਪ੍ਰੋਟੋਨ ਹੁੰਦਾ 1.6725 10⁻27 ਹੈ ਨਾ, kg 'ਚ। ਇੰਨਾ ਦੇਖੋ ਥੋੜ੍ਹਾ ਜਿਹਾ ਫਰਕ ਹੁੰਦਾ, ਆ 25 ਹੈ ਜਾਂ 49 ਹੈ, ਉਹ ਵੀ 4th ਪਲੇਸ 'ਤੇ ਜਾ ਕੇ ਫਰਕ ਪਿਆ। ਆਲਮੋਸਟ ਦੋਨੇ ਇਕੁਅਲ ਹੁੰਦੇ ਨੇ। ਠੀਕ ਹੈ, ਤਾਂ ਆਪਾਂ ਨੇ ਲੈਟ ਕਰ ਲਿਆ ਮਾਸ ਆਫ ਨਿਊਕਲੀਓਨ M ਐਂਡ M ਦੀ ਵੈਲਿਊ ਕਿੰਨੀ ਲੈ ਲਈ ਬੇਟਾ, 1.67 10⁻27 kg। ਨੰਬਰ ਆਫ ਨਿਊਕਲੀਓਨਸ ਕਿੰਨੇ ਹੁੰਦੇ ਨੇ ਨਿਊਕਲੀਅਸ ਦੇ ਅੰਦਰ, ਨਿਊਕਲੀਅਸ ਦੇ ਅੰਦਰ ਨੰਬਰ ਆਫ ਨਿਊਕਲੀਓਨਸ ਜਿੰਨਾ ਮਾਸ ਨੰਬਰ ਹੁੰਦਾ ਆ ਸੀ ਆਪਣੇ ਕੋਲ, ਨੰਬਰ ਆਫ ਨਿਊਕਲੀਓਨਸ ਜਿੰਨਾ ਮਾਸ ਨੰਬਰ ਹੁੰਦਾ। ਮਾਸ ਨੰਬਰ ਘੱਟ ਹੋਏਗਾ, ਨੰਬਰ ਆਫ ਨਿਊਕਲੀਓਨਸ ਘੱਟ ਹੋਣਗੇ। ਫਾਈਂਡ ਤਾਂ ਕੀਤਾ ਹੋਇਆ ਟੋਟਲ ਨੰਬਰ ਆਫ ਨਿਊਕਲੀਓਨਸ, ਆ ਦੇਖੋ ਹੈ ਨਾ। ਤਾਂ ਨੰਬਰ ਆਫ ਨਿਊਕਲੀਓਨਸ A, ਇੱਕ ਨਿਊਕਲੀਓਨ ਦਾ ਮਾਸ M ਹੈ ਨਾ, ਇੱਕ ਨਿਊਕਲੀਓਨ ਦਾ ਮਾਸ M ਹੈ, ਤਾਂ ਮਾਸ ਆਫ ਨਿਊਕਲੀਅਸ ਕਿੰਨਾ ਆ ਜਾਏਗਾ ਬੇਟਾ, ਮਾਸ ਆਫ ਨਿਊਕਲੀਅਸ is equal to mass of one nucleon into number of nucleons ਹੈ ਨਾ। ਇੱਕ ਨਿਊਕਲੀਓਨ ਦਾ ਮਾਸ M ਹੈ ਤਾਂ A ਨਿਊਕਲੀਓਨਸ ਦਾ ਮਾਸ ਕਿੰਨਾ ਹੋਏਗਾ, M into A। ਯੂਨਿਟਰੀ ਮੈਥਡ ਲਗਾਇਆ ਆਹੀ, ਇੱਕ ਪਾਰਟੀਕਲ ਦਾ ਮਾਸ M ਹੈ ਤਾਂ A ਪਾਰਟੀਕਲਸ ਦਾ ਮਾਸ ਕਿੰਨਾ ਹੋਏਗਾ, M into A ਹੈ ਨਾ। ਇਹ ਆ ਗਿਆ ਮਾਸ ਆਫ ਨਿਊਕਲੀਅਸ। ਦਿਸ ਬਿਕਮਸ ਨਿਊਕਲੀਅਸ ਦਾ ਮਾਸ। ਨਾਓ ਡੈਂਸਿਟੀ ਆਫ ਨਿਊਕਲੀਅਸ, ਮਾਸ ਆਫ ਨਿਊਕਲੀਅਸ ਅਪੋਨ ਵੋਲੀਅਮ। ਨਿਊਕਲੀਅਸ ਦਾ ਮਾਸ ਕਿੰਨਾ ਬੇਟਾ, M into A, ਵੋਲੀਅਮ 4/3 ਪਾਈ R ਨੋਡ ਕਿਊਬ into A। A ਨਾਲ A ਕੈਂਸਲ, ਕੀ ਫਾਰਮੂਲਾ ਬਣ ਜਾਏਗਾ, 3 ਉੱਪਰ ਚਲਾ ਗਿਆ, M upon 4 ਪਾਈ
आर नॉट क्यू। तो ये डेंसिटी का फार्मूला बन गया बेटा 3m/4 आर नॉट क्यू। दिस इज द फार्मूला फॉर डेंसिटी। क्लियर। अच्छा इस फार्मूले चेक करो सारी चीज़ें कॉन्स्टेंट ने, 3 भी कॉन्स्टेंट, 4 भी कॉन्स्टेंट, पाई भी कॉन्स्टेंट, आर नॉट इज एम्पेरिकल कॉन्स्टेंट, एम इज मास ऑफ इलेक्ट्रॉन कॉन्स्टेंट, सॉरी मास ऑफ न्यूट्रॉन या प्रोटॉन कॉन्स्टेंट है ना। तो बेटा ये सारी चीज़ें कॉन्स्टेंट है, सो डेंसिटी न्यूक्लियस की कॉन्स्टेंट होती। एंड अगर सारे कॉन्स्टेंट्स पुट करो ना, यदि डेंसिटी आएगी 2.298 10⁻17 किलोग्राम पर मीटर क्यूब सॉल्व करन ते ऑन सॉल्विंग। ਇੰਨੀ ਡੈਂਸਿਟੀ ਆਏਗੀ ਬੇਟਾ ਨਿਊਕਲੀਅਸ ਦੀ। ਆਪ ਦੇਖ ਸਕਦੇ ਹੋ ਤੁਸੀਂ ਨਿਊਕਲੀਅਸ ਕਿੰਨਾ ਡੈਂਸ ਹੁੰਦਾ, 10⁻17 ਹੈ, ਕਿੰਨਾ ਹਾਈਲੀ ਡੈਂਸ ਹੋਏਗਾ। ਐਂਡ ਬੇਟਾ ਇਹ ਡੈਂਸਿਟੀ ਸਾਰੇ ਨਿਊਕਲੀਅਸਿਸ ਦੀ ਕੌਂਸਟੈਂਟ ਹੁੰਦੀ ਹੈ, ਮਤਲਬ ਹਾਈਡਰੋਜਨ ਐਟਮ ਹੈ ਉਹਦੀ ਡੈਂਸਿਟੀ ਵੀ, ਯੂਰੇਨੀਅਮ ਐਟਮ ਹੈ ਉਹਦੀ ਡੈਂਸਿਟੀ ਵੀ, ਆਕਸੀਜਨ ਐਟਮ ਹੈ ਉਹਦੀ ਡੈਂਸਿਟੀ ਵੀ, ਨਾਈਟ੍ਰੋਜਨ ਹੈ ਉਹਦੀ ਡੈਂਸਿਟੀ ਵੀ, ਸਾਰੇ ਐਟਮਸ ਦੇ ਨਿਊਕਲੀਅਸ ਦੀ ਡੈਂਸਿਟੀ ਸੇਮ ਹੁੰਦੀ ਹੈ ਕਿਉਂਕਿ ਹੈ ਹੀ ਕੌਂਸਟੈਂਟ, ਇਸ 'ਚ ਕੋਈ ਮਾਸ ਨੰਬਰ ਵਗੈਰਾ ਆਇਆ ਹੀ ਨਹੀਂ ਹੈਗਾ। ਇਹ ਸਾਰੀਆਂ ਚੀਜ਼ਾਂ ਕੌਂਸਟੈਂਟ ਹੈ ਨਾ। ਕਈ ਸਟੂਡੈਂਟਸ ਇਹ ਸੋਚ ਲੈਂਦੇ ਨੇ ਵੀ ਹਾਈਡਰੋਜਨ ਐਟਮ 'ਚ ਤਾਂ ਇੱਕ ਪ੍ਰੋਟੋਨ ਅਤੇ ਇੱਕ ਨਿਊਟਰੋਨ ਹੈ ਨਾ, ਡੈਂਸਿਟੀ ਘੱਟ ਹੋਏਗੀ। ਯੂਰੇਨੀਅਮ 'ਚ ਤਾਂ ਪਤਾ ਨਹੀਂ ਕਿੰਨੇ ਪ੍ਰੋਟੋਨਸ ਹੈ ਨਾ, ਨੰਬਰ ਆਫ ਪ੍ਰੋਟੋਨਸ ਅਤੇ ਨੰਬਰ ਆਫ ਨਿਊਟਰੋਨਸ ਦੀ ਗਿਣਤੀ ਬਹੁਤ ਜ਼ਿਆਦਾ ਹੈ, ਡੈਂਸਿਟੀ ਜ਼ਿਆਦਾ ਹੋਏਗੀ। ਨਹੀਂ ਬੇਟਾ ਉਸ 'ਚ ਪਾਰਟੀਕਲਸ, ਯੂਰੇਨੀਅਮ 'ਚ ਪਾਰਟੀਕਲਸ ਜ਼ਿਆਦਾ ਨੇ ਨਿਊਕਲੀਅਸ ਦੇ ਅੰਦਰ, ਬਟ ਨਿਊਕਲੀਅਸ ਵੀ ਤਾਂ ਵੱਡਾ ਹੋਏਗਾ ਹੈ ਨਾ। ਹਾਈਡਰੋਜਨ ਦੇ ਵਿੱਚ ਪਾਰਟੀਕਲਸ ਘੱਟ ਹੈ ਤਾਂ ਨਿਊਕਲੀਅਸ ਛੋਟਾ ਹੋਏਗਾ, ਜਿਸ 'ਚ ਪਾਰਟੀਕਲਸ ਜ਼ਿਆਦਾ ਨੇ ਉਹਦਾ ਨਿਊਕਲੀਅਸ ਵੱਡਾ ਹੋਏਗਾ ਹੈ ਨਾ। ਬਟ ਡੈਂਸਿਟੀ ਸਾਰੇ ਨਿਊਕਲੀਅਸਿਸ ਦੀ ਕੀ ਹੋਏਗੀ, ਸੇਮ। ਡੈਂਸਿਟੀ ਸਾਰੀ ਨਿਊਕਲੀਅਸਿਸ ਦੀ ਕੌਂਸਟੈਂਟ ਹੋਏਗੀ। ਇਹ 1 ਮਾਰਕਸ ਦਾ ਕੁਐਸਚਨ ਆਉਂਦਾ ਹੁੰਦਾ ਐਂਡ ਸਟੂਡੈਂਟਸ ਗਲਤ ਕਰਕੇ ਆਉਂਦੇ ਹੁੰਦੇ ਨੇ, ਠੀਕ ਹੈ। ਉਹ ਵੱਡੇ ਜਿਨ੍ਹਾਂ 'ਚ ਪਾਰਟੀਕਲ ਜ਼ਿਆਦਾ ਨੇ ਉਹਨਾਂ ਦੀ ਡੈਂਸਿਟੀ ਜ਼ਿਆਦਾ ਲਿਖੇ ਹੁੰਦੇ ਨੇ, ਪਾਰਟੀਕਲਸ ਘੱਟ ਵਾਲੇ ਦੀ ਡੈਂਸਿਟੀ ਘੱਟ ਲਿਖੇ ਹੁੰਦੇ ਨੇ, ਜਦ ਕਿ ਡੈਂਸਿਟੀ ਸਾਰੇ ਨਿਊਕਲੀਅਸਿਸ ਦੀ ਕੀ ਹੈ ਬੇਟਾ, ਸੇਮ ਹੈ, ਅਲੱਗ ਅਲੱਗ ਨਹੀਂ ਹੈ। clear, so be careful about that point. So this is about nuclear size, nuclear density, ठीक है। now last concept पे आने बस ਆਪਾਂ, and that concept is nuclear force. wait a minute, yes, nuclear force, ठीक है बेटा। इट इज़ अ शॉर्ट रेंज फोर्स विच एग्जिस्ट बिटवीन पार्टिकल्स if distance between them is less than, means is less than रहने दो, is in Fermi's family। मतलब डिस्टेंस पार्टिकल्स जो डिस्टेंस है ये फर्मीज च होना चाहिए, फर्मीज च। एंड इन्ना डिस्टेंस बेटा सिर्फ दिस डिस्टेंस टेक्स प्लेस ओनली इनसाइड न्यूक्लियस। ये डिस्टेंस सिर्फ न्यूक्लियस के अंदर अंदर होंदा, एटम च भी नहीं होंदा, सिर्फ न्यूक्लियस के अंदर अंदर होंदा। इस करके इस फोर्स को किहदा नाम दिता गया, न्यूक्लियर फोर्स। इट इज़ द स्ट्रोंगेस्ट फोर्स, इट इज़ द स्ट्रोंगेस्ट फोर्स, सब तो स्ट्रोंगेस्ट फोर्स है बेटा। जिहड़ी ये न्यूक्लियर फोर्स है, न्यूक्लियर फोर्स ये अपनी इलैक्ट्रोस्टैटिक फोर्स नालों 100 टाइम्स स्ट्रोंगर है, 100 टाइम्स। एंड ए न्यूक्लियर फोर्स ग्रेविटेशनल फोर्स नालों 10⁻38 टाइम्स स्ट्रोंगर है। सब तो स्ट्रोंगेस्ट फोर्स अगर हैगी है तो बेटा न्यूक्लियर फोर्स है बेटा, न्यूक्लियर फोर्स। ठीक है, यह पार्टिकल्स के मास ते डिपेंड नहीं करती होंगी। जिहड़ी फोर्स पार्टिकल्स के मास ते डिपेंड करे वो ग्रेविटेशनल फोर्स होंदी है। ग्रेविटेशनल फोर्स डिपेंड्स अपॉन मास। इलैक्ट्रोस्टैटिक फोर्स डिपेंड्स अपॉन चार्ज। इलैक्ट्रोस्टैटिक फोर्स चार्ज ते डिपेंड करती है, चार्ज ते।
है ना। बट न्यूक्लियर फोर्स डज नॉट डिपेंड अपॉन मास और चार्ज। किसी ते नहीं डिपेंड करती न्यूक्लियर फोर्स, ना मास ते ना चार्ज ते। पार्टिकल का मास जिन्ना मर्जी होवे, चार्ज जिन्ना मर्जी होवे, उस ते डिपेंड ही नहीं करती। इट ओनली डिपेंड्स अपॉन डिस्टेंस। एंड डिस्टेंस ਜਿਹੜਾ ਉਹ ਫਰਮੀਜ਼ 'ਚ ਹੋਣਾ ਚਾਹੀਦਾ। ਐਂਡ ਫਰਮੀਜ਼ ਦੇ ਵਿੱਚ ਜਿਹੜਾ ਡਿਸਟੈਂਸ ਹੁੰਦਾ ਹੈ ਇਹ ਸਿਰਫ ਨਿਊਕਲੀਅਸ ਦੇ ਅੰਦਰ ਹੁੰਦਾ ਬੇਟਾ, ਠੀਕ ਹੈ। ਇਹ ਨਿਊਕਲੀਅਸ ਦੇ ਅੰਦਰ ਹੁੰਦਾ, ਇਸ ਕਰਕੇ ਇਸ ਫੋਰਸ ਨੂੰ ਨਿਊਕਲੀਅਰ ਫੋਰਸ ਕਹਿੰਦੇ ਆ। ਇਹ ਫੋਰਸ ਕਿਸੇ ਵੀ ਦੋ ਪਾਰਟੀਕਲਸ 'ਚ ਲੱਗ ਸਕਦੀ ਹੈ। ਦਿਸ ਫੋਰਸ ਕੈਨ ਐਗਜ਼ਿਸਟ ਬਿਟਵੀਨ any two particles, ठीक है। उन्हां च डिस्टेंस फर्मिस्ट होना चाहिए। ये फोर्स एक प्रोटोन ते एक प्रोटोन ते भी लग सकती है, एक प्रोटोन एक न्यूट्रॉन ते भी लगा सकता है, एक न्यूट्रॉन ते भी लगा सकता है। कोई भी पार्टिकल किसी भी पार्टिकल ते लगा सकता है। ये फोर्स चार्ज ते डिपेंड नहीं करती। एक प्रोटोन ते भी लगा सकता है, न्यूट्रॉन ते भी लगा सकता है, प्रोटोन ते न्यूट्रॉन आपस च भी लगा सकते हैं, ठीक है। ये फोर्स अट्रैक्टिव भी हो सकती है, रिपल्सिव भी हो सकती है। डिपेंड्स अपॉन डिस्टेंस। किमें ये फोर्स कदों अट्रैक्टिव होएगी कदों रिपल्सिव होएगी वो समझो, डिस्टेंस ते किमें डिपेंड करती है। This is the graph between the nuclear force and the distance and the nuclear force, ठीक है। एंगस्ट्रॉम, फर्मीज, ओके। डिस्टेंस फोर्स ते डिस्टेंस बेटा ये ग्राफ बनता है। दैट इज 0। ऊपर फोर्स पॉजिटिव है, नीचे वाली फोर्स नेगेटिव है। फोर्स जिन्नी ज़्यादा नेगेटिव होएगी, है ना, जिन्नी ज़्यादा नेगेटिव होएगी उन्नी वो ज़्यादा अट्रैक्टिव होएगी। नेगेटिव फोर्स इंडिकेट्स इट इज़ अट्रैक्टिव एंड पॉजिटिव फोर्स इंडिकेट्स इट इज़ रिपल्सिव। मतलब अगर डिस्टेंस 1 एंगस्ट्रॉम भी है ना, तो ये फोर्स काफ़ी घट होएगी बेटा, काफ़ी घट होएगी। तुसी इत्थे एंगस्ट्रॉम की जगह इत्थे फर्मी भी पा लोगे ना, 1 फर्मी पा लो बेटा, 1 फर्मी। अगर ये डिस्टेंस 1 फर्मी है तो फोर्स घट होएगी, नेगेटिव होएगी, है ना। इफ डिस्टेंस इज 1 फर्मी, है ना, तो जी ये न्यूक्लियर फोर्स है ये नेगेटिव होएगी, स्मॉल होएगी, मतलब अट्रैक्टिव होएगी, अट्रैक्टिव बट है ना स्मॉल होएगी। जिमें जिमें तुसी डिस्टेंस घटाई जाओगे ये फोर्स वधी जाएगी, मतलब होर ज़्यादा नेगेटिव होई जाएगी। एज डिस्टेंस डिक्रीजेस, है ना, फोर्स बिकम्स मोर नेगेटिव। मोर नेगेटिव मीन्स मोर अट्रैक्टिव, ओके। जिन्हें जिमें डिस्टेंस घटाई जाओगे ये अट्रैक्टिवनैस नैगेटिवनैस वधी जाएगी, है ना। फिर एक डिस्टेंस तो बाद ये नैगेटिवनैस घटेगी, मतलब अट्रैक्टिवनैस घटेगी, है ना। एक डिस्टेंस तो बाद अट्रैक्टिवनैस घटी जाएगी, है ना। एक डिस्टेंस यह जा आ जाएगा जो ये फोर्स पॉजिटिव बन जाएगी, फोर्स बिकम्स पॉजिटिव मतलब इट बिकम्स रिपल्सिव बन जाएगी फोर्स, ठीक है। मतलब डिस्टेंस फर्मी होना चाहिए। जे डिस्टेंस 1 फर्मी है तो फोर्स नैगेटिव होएगी, अट्रैक्टिव होएगी। जिन्ना डिस्टेंस घट होएगा बिटवीन द 2 पार्टिकल्स उन्नी ये फोर्स की नैगेटिविटी बढ़ेगी, जिन्नी नैगेटिविटी बढ़ेगी उन्नी ये ज़्यादा अट्रैक्टिव होएगी,
ਠੀਕ ਹੈ। ਇੱਕ ਡਿਸਟੈਂਸ 0.5 ਫਰਮੀ ਤੋਂ ਬਾਅਦ ਅਗਰ ਡਿਸਟੈਂਸ ਹੋਰ ਘਟਾਓਗੇ ਇਹਦੀ ਨੈਗੇਟਿਵਨੈਸ ਘਟਣਾ ਸਟਾਰਟ ਹੋ ਜਾਏਗੀ, ਮਤਲਬ ਇਹ ਫੋਰਸ ਨੈਗੇਟਿਵ ਰਹੇਗੀ ਬਟ ਘੱਟ ਨੈਗੇਟਿਵ ਰਹੇਗੀ, ਅਟਰੈਕਟਿਵ ਹੋਏਗੀ ਬਟ ਸਮॉल ਅਟਰੈਕਟਿਵ ਹੋਏਗੀ। ਡਿਸਟੈਂਸ ਘਟਾਈ ਜਾਓਗੇ ਅਟਰੈਕਟਿਵਨੈਸ ਘਟੀ ਜਾਏਗੀ। ਇੱਕ ਡਿਸਟੈਂਸ ਤੋਂ ਬਾਅਦ ਇਹ ਫੋਰਸ ਪੋਜ਼ਿਟਿਵ ਹੋ ਜਾਏਗੀ, ਪੋਜ਼ਿਟਿਵ ਮਤਲਬ ਇਹ ਰਿਪਲਸਿਵ ਹੋ ਜਾਏਗੀ। ਪੋਜ਼ਿਟਿਵ ਫੋਰਸ ਇੰਡੀਕੇਟਸ ਰਿਪਲਸਿਵ, ਨੈਗੇਟਿਵ ਫੋਰਸ ਇੰਡੀਕੇਟਸ ਅਟਰੈਕਟਿਵ। ਕਲੀਅਰ। ਤਾਂ ਦਿਸ ਇਜ਼ ਦਾ ਵੇਰੀਏਸ਼ਨ ਆਫ ਅ ਫੋਰਸ ਐਂਡ ਦਾ ਡਿਸਟੈਂਸ, ਹੈ ਨਾ। ਬਟ ਡਿਸਟੈਂਸ ਜਿਹੜਾ ਇਹ ਫੋਰਸ ਹੈ ਡਿਸਟੈਂਸ ਫਰਮਿਸ 'ਚ ਹੋਣਾ ਚਾਹੀਦਾ ਤਾਂ ਲੱਗੇਗੀ ਇਹ ਫੋਰਸ। ਮਤਲਬ ਇੱਕ ਪਾਰਟੀਕਲਸ ਜੇ ਇੱਕ ਪਰਟੀਕੂਲਰ ਡਿਸਟੈਂਸ ਤੋਂ ਜ਼ਿਆਦਾ ਨੇੜੇ ਆ ਜਾਣਗੇ, ਹੈ ਨਾ, ਇਸ ਡਿਸਟੈਂਸ ਤੋਂ ਜ਼ਿਆਦਾ ਨੇੜੇ ਆ ਜਾਣਗੇ, ਫਿਰ ਉਹ ਪਾਰਟੀਕਲਸ ਰਿਪੈਲ ਹੋਣਗੇ, ਹੈ ਨਾ। ਪਾਰਟੀਕਲਸ ਜਦੋਂ ਰਿਪੈਲ ਹੋਣਗੇ ਤਾਂ ਡਿਸਟੈਂਸ ਵਧੂਗਾ, ਜਦੋਂ ਡਿਸਟੈਂਸ ਵਧੂਗਾ ਦੁਬਾਰਾ ਤੋਂ ਫਿਰ ਅਟਰੈਕਟ ਹੋ ਜਾਣਗੇ। ਬਹੁਤ ਸਟਰੋਂਗੈਸਟ ਫੋਰਸ ਹੈ ਬੇਟਾ ਇਹ, ਹੈ ਨਾ। ਦਿਸ ਇਜ਼ ਦਾ ਵੇਰੀਏਸ਼ਨ ਬਿਟਵੀਨ ਦਾ ਫੋਰਸ ਐਂਡ ਦਾ ਡਿਸਟੈਂਸ। ਓਕੇ। ਕਿਸੇ ਵੀ ਦੋ ਪਾਰਟੀਕਲਸ 'ਚ ਲੱਗ ਸਕਦੀ ਹੈ। ਪ੍ਰੋਟੋਨ ਪ੍ਰੋਟੋਨ 'ਤੇ ਲਗਾ ਸਕਦਾ ਹੈ, ਪ੍ਰੋਟੋਨ ਨਿਊਟਰੋਨ 'ਤੇ ਲਗਾ ਸਕਦਾ ਹੈ, ਨਿਊਟਰੋਨ ਨਿਊਟਰੋਨ 'ਤੇ ਲਾ ਸਕਦਾ ਹੈ। ਮਾਸ 'ਤੇ ਡਿਪੈਂਡ ਨਹੀਂ ਕਰਦੀ, ਚਾਰਜ 'ਤੇ ਡਿਪੈਂਡ ਨਹੀਂ ਕਰਦੀ। ਜਿਵੇਂ ਇਲੈਕਟ੍ਰੀਕਲ ਅਤੇ ਗ੍ਰੈਵੀਟੇਸ਼ਨਲ ਫੋਰਸ ਮਾਸ ਐਂਡ ਚਾਰਜ 'ਤੇ ਡਿਪੈਂਡ ਕਰਦੀਆਂ ਨੇ, ਨਿਊਕਲੀਅਰ ਫੋਰਸ ਮਾਸ ਐਂਡ ਚਾਰਜ 'ਤੇ ਡਿਪੈਂਡ ਨਹੀਂ ਕਰਦੀ। ਸਭ ਤੋਂ ਸਟਰੋਂਗੈਸਟ ਫੋਰਸ ਹੈ ਬੇਟਾ। ਇਲੈਕਟ੍ਰੋਸਟੈਟਿਕ ਫੋਰਸ ਨਾਲੋਂ 100 ਟਾਈਮ ਸਟਰੋਂਗ ਹੈ, ਗ੍ਰੈਵੀਟੇਸ਼ਨਲ ਫੋਰਸ ਨਾਲੋਂ 10⁻38 ਟਾਈਮ ਸਟਰੋਂਗ ਹੈ ਨਿਊਕਲੀਅਰ ਫੋਰਸ। ਕਲੀਅਰ ਬੇਟਾ, ਸਮਝ ਗਏ। ਠੀਕ ਹੈ। ਹੁਣ ਕਈ ਸਟੂਡੈਂਟਸ ਦੇ ਮਾਈਂਡ 'ਚ ਨਾ ਕੁਐਸਚਨ ਆਉਂਦਾ ਹੁੰਦਾ ਬੇਟਾ ਵੀ ਸਰ ਇਹ ਫੋਰਸ ਮਾਸ ਕਾਰਨ ਵੀ ਨਹੀਂ ਲੱਗਦੀ, ਚਾਰਜ ਕਾਰਨ ਵੀ ਨਹੀਂ ਲੱਗਦੀ, ਤਾਂ ਕਿਉਂ ਲੱਗਦੀ ਹੈ? ਉਹਦਾ ਆਨਸਰ ਤੁਹਾਨੂੰ ਦੇਗੀ ਯੂਕਾਵਾ ਥਿਊਰੀ। ਯੂਕਾਵਾ ਥਿਊਰੀ, ਯੂਕਾਵਾ ਥਿਊਰੀ ਦੇ ਅਕੋਰਡਿੰਗ, ਯੂਕਾਵਾ ਇਜ਼ ਦਾ ਨੇਮ ਆਫ ਦਾ ਸਾਇੰਟਿਸਟ। ਇਸ ਥਿਊਰੀ ਦੇ ਅਕੋਰਡਿੰਗ ਬੇਟਾ ਇਸ ਸਾਇੰਟਿਸਟ ਨੇ ਕਿਹਾ ਸੀਗਾ, ਕਹਿੰਦੇ ਵੀ ਜਿਹੜੇ ਨਿਊਟਰੋਨ ਹੈ, ਨਿਊਟਰੋਨ ਅਤੇ ਜਿਹੜੇ ਪ੍ਰੋਟੋਨ ਨੇ, ਹੈ ਨਾ, ਇਹਨਾਂ ਦੀ ਸਟਰਕਚਰ 'ਚ ਕੀ ਹੁੰਦਾ ਬੇਟਾ? ਸੈਂਟਰ 'ਚ ਇੱਕ ਕੋਰ ਹੁੰਦੀ ਹੈ, ਕੋਰ। ਉਸ ਤੋਂ ਬਾਅਦ, ਹੈ ਨਾ, ਇਸ ਦੇ ਆਲੇ ਦੁਆਲੇ ਪਾਰਟੀਕਲਸ ਦੇ ਕਲਾਊਡਸ ਹੁੰਦੇ ਨੇ, ਕਲਾਊਡਸ, ਐਵੇਂ ਪਾਰਟੀਕਲਸ ਦੇ ਨਾ ਕਲਾਊਡਸ ਹੁੰਦੇ ਨੇ। ਕਲਾਊਡਸ ਆਫ ਮੀਜ਼ੋਨਸ ਪਾਰਟੀਕਲਸ। ਯੂਕਾਵਾ ਥਿਊਰੀ ਨੂੰ ਮੀਜ਼ੋਨਸ ਥਿਊਰੀ ਵੀ ਕਿਹਾ ਜਾਂਦਾ। ਮੀਜ਼ੋਨਸ ਥਿਊਰੀ, ਮੀਜ਼ੋਨਸ ਪਾਰਟੀਕਲਸ ਦੇ ਕਲਾਊਡਸ ਹੁੰਦੇ ਨੇ ਇੱਥੇ। ਕੋਰ ਦੋਨਾਂ ਦੀ ਕਹਿੰਦੇ ਸੇਮ ਹੁੰਦੀ ਹੈ, ਜੋ ਜਿਹੋ ਜਿਹੀ ਕੋਰ ਨਿਊਟਰੋਨ ਦੀ ਹੈ ਉਹ ਜਿਹੀ ਕੋਰ ਪ੍ਰੋਟੋਨ ਦੀ ਹੁੰਦੀ ਹੈ, ਸਿਰਫ ਕਲਾਊਡ ਫੋਰਮੇਸ਼ਨ 'ਚ ਫਰਕ ਹੁੰਦਾ। ਕਲਾਊਡ ਫੋਰਮੇਸ਼ਨ 'ਚ ਫਰਕ ਹੁੰਦਾ। ਇਸ ਦੇ ਵਿੱਚ ਵੀ ਇਹ ਵੀ ਕਲਾਊਡਸ ਆਫ ਮੀਜ਼ੋਨਸ ਹੈ। ਠੀਕ ਹੈ। ਮੀਜ਼ੋਨਸ ਜਿਹੜੇ ਹੁੰਦੇ ਨੇ 3 ਟਾਈਪਸ ਦੇ ਹੁੰਦੇ ਨੇ। ਮੀਜ਼ੋਨਸ ਪੋਜ਼ੀਟਿਵ ਪਾਈ ਮੀਜ਼ੋਨਸ ਹੁੰਦੇ ਨੇ, ਨੈਗੇਟਿਵ ਪਾਈ ਮੀਜ਼ੋਨਸ ਹੁੰਦੇ ਨੇ, ਨਿਊਟਰਲ ਮੀਜ਼ੋਨਸ ਹੁੰਦੇ ਨੇ। ਇਹ 3 ਟਾਈਪਸ ਦੇ ਮੀਜ਼ੋਨਸ ਹੁੰਦੇ ਨੇ, ਹੈ ਨਾ। ਤਾਂ ਜਿਹੜੇ ਆ ਕਲਾਊਡਸ ਨੇ, ਆ ਕਲਾਊਡਸ ਬਣੇ ਹੋਏ ਨੇ, ਇਹ ਇਹਨਾਂ ਮੀਜ਼ੋਨਸ ਪਾਰਟੀਕਲਸ ਦੇ ਹੀ ਬਣੇ ਹੁੰਦੇ ਨੇ, ਹੈ ਨਾ। ਨਿਊਟਰੋਨ ਐਂਡ ਪ੍ਰੋਟੋਨ ਦੀ ਸਟਰਕਚਰ ਇਹੋ ਜਿਹੀ ਹੁੰਦੀ ਹੈ ਵੀ ਦੋਨਾਂ ਦੀ ਕੋਰ ਸੇਮ ਹੁੰਦੀ ਹੈ, ਕੋਰ ਸੇਮ ਹੁੰਦੀ ਹੈ। ਆਲੇ ਦੁਆਲੇ ਮੀਜ਼ੋਨਸ ਪਾਰਟੀਕਲਸ ਦੇ ਕਲਾਊਡਸ ਹੁੰਦੇ ਨੇ। ਠੀਕ ਹੈ। ਇਹ ਮੀਜ਼ੋਨਸ ਪੋਜ਼ੀਟਿਵ ਵੀ ਹੋ ਸਕਦੇ ਨੇ, ਨੈਗੇਟਿਵ ਵੀ ਹੋ ਸਕਦੇ ਨੇ, ਨਿਊਟਰਲ ਵੀ ਹੋ ਸਕਦੇ ਨੇ। 3 ਟਾਈਪਸ ਦੇ ਮੀਜ਼ੋਨ ਹੁੰਦੇ ਨੇ, 3 ਟਾਈਪਸ ਦੇ ਮੀਜ਼ੋਨਸ ਹੋ ਸਕਦੇ ਨੇ ਇਹਨਾਂ ਕਲਾਊਡਸ ਦੇ ਵਿੱਚ। ਠੀਕ ਹੈ ਨਾ। ਫੋਰਸ ਕਿਉਂ ਲੱਗਦੀ ਹੈ? ਪਾਰਟੀਕਲਸ ਇੱਕ ਦੂਜੇ 'ਤੇ ਫੋਰਸ ਕਿਉਂ ਲਗਾਉਂਦੇ ਨੇ? ਕਹਿੰਦੇ ਜਿਹੜੇ ਪਾਰਟੀਕਲਸ 'ਚ ਡਿਸਟੈਂਸ ਬਹੁਤ ਘੱਟ ਹੁੰਦਾ, ਲਾਈਕ ਇਨ ਫਰਮੀਜ਼, ਹੈ ਨਾ, ਜਿਹੜੇ ਪਾਰਟੀਕਲਸ ਡਿਸਟੈਂਸ ਫਰਮੀਜ਼ 'ਚ ਹੁੰਦਾ, ਡਿਸਟੈਂਸ ਇਜ਼ ਇਨ ਫਰਮੀਜ਼, ਹੈ ਨਾ, ਉਹਨਾਂ ਪਾਰਟੀਕਲਸ ਦੇ ਆਪਸ 'ਚ ਇੱਕ ਦੂਜੇ ਨਾਲ ਮੀਜ਼ੋਨਸ ਐਕਸਚੇਂਜ ਹੁੰਦੇ ਰਹਿੰਦੇ ਨੇ। ਮੀਜ਼ੋਨਸ ਪੋਜ਼ੀਟਿਵ ਵੀ ਕਰ ਸਕਦੇ ਨੇ, ਨੈਗੇਟਿਵ ਮੀਜ਼ੋਨ ਵੀ, ਨਿਊਟਰਲ ਮੀਜ਼ੋਨ ਵੀ ਕਰ ਸਕਦੇ ਨੇ। ਇਹਨਾਂ ਦੇ ਨਾ ਆਪਸ 'ਚ ਮੀਜ਼ੋਨਸ ਐਕਸਚੇਂਜ ਹੁੰਦੇ ਰਹਿੰਦੇ ਨੇ। ਮੀਜ਼ੋਨਸ ਐਕਸਚੇਂਜ ਹੋਣ ਕਾਰਨ ਇਹਨਾਂ 'ਚ ਇੱਕ ਸਾਂਝ ਪ੍ਰੋਡਿਊਸ ਹੋ ਜਾਂਦੀ ਹੈ। ਠੀਕ ਹੈ। ਇਹ ਦੋਨੇ ਇੱਕ ਦੂਜੇ ਨੂੰ ਫਰੈਂਡ ਮੰਨਣਾ ਸ਼ੁਰੂ ਕਰ ਦਿੰਦੇ ਨੇ। ਜਿਵੇਂ ਨੇਬਰਰਸ ਦੇ ਵਿੱਚ ਹੁੰਦਾ ਨਾ ਬੇਟਾ, ਨੇਬਰਰਸ, ਅਗਰ ਮੰਨ ਲਓ ਆਪਣੇ ਨੇਬਰਰਸ ਅੱਛੇ ਨੇ, ਹੈ ਨਾ,
ਆਪਣੇ ਨੇਬਰਸ ਅੱਛੇ ਨੇ, ਨੇਬਰਸ ਨਾਲ ਆਪਣੀ ਬਣਦੀ ਹੈ, ਅਸੀਂ ਕਦੇ ਉਹਨਾਂ ਤੋਂ ਕੋਈ ਵੈਜੀਟੇਬਲ ਅਗਰ ਆਪਾਂ ਨੇ ਆਪਣੇ ਘਰੇ ਬਣਾਈ ਆ ਉਹਨਾਂ ਨੂੰ ਦੇ ਆਏ, ਹੈ ਨਾ। ਉਹਨਾਂ ਨੇ ਜਦੋਂ ਉਹਨਾਂ ਨੇ ਕੋਈ ਵੈਜੀਟੇਬਲ ਅੱਛੀ ਬਣਾਈ ਤਾਂ ਉਹ ਆਪਾਂ ਨੂੰ ਦੇ ਜਾਂਦੇ ਨੇ। ਐਵੇਂ ਕਦੇ ਉਹਨਾਂ ਤੋਂ ਕੋਈ ਸਮਾਨ ਲੈ ਆਏ, ਕਦੇ ਉਹਨਾਂ ਨੂੰ ਕੋਈ ਸਮਾਨ ਦੇ ਆਏ, ਕੋਈ ਹੈ ਨਾ, ਅੱਛੀ ਬਣਨ ਲੱਗ ਗਈ ਆਪਣੀ, ਹੈ ਨਾ। ਤਾਂ ਆਪਣੇ ਵਿੱਚ ਇੱਕ ਬੌਂਡਿੰਗ ਬਣ ਜਾਂਦੀ ਹੈ, ਬੌਂਡਿੰਗ, ਹੈ ਨਾ। ਉਵੇਂ ਇਹ ਪਾਰਟੀਕਲਸ ਦਾ ਰੋਲ ਹੈ ਨਾ। ਅਗਰ ਉਹ ਆਪਣੇ ਨੇਬਰਰ ਪਾਰਟੀਕਲਸ ਨਾਲ ਹੈ ਨਾ ਇੱਕ ਦੂਜੇ ਨਾਲ ਮੀਜ਼ੋਨਸ ਐਕਸਚੇਂਜ ਕਰ ਰਹੇ ਨੇ, ਮੀਜ਼ੋਨਸ, ਹੈ ਨਾ, ਫਿਰ ਉਹਨਾਂ ਦੇ ਵਿੱਚ ਇੱਕ ਬੌਂਡਿੰਗ ਬਣ ਜਾਂਦੀ ਹੈ ਨਾ। ਉਸੇ ਬੌਂਡਿੰਗ ਦੇ ਕਾਰਨ ਕੀ ਪ੍ਰੋਡਿਊਸ ਹੁੰਦੀ ਹੈ? ਨਿਊਕਲੀਅਰ ਫੋਰਸ। ਨਿਊਕਲੀਅਰ ਫੋਰਸ ਇਜ਼ ਪ੍ਰੋਡਿਊਸਡ ਡਿਊ ਟੂ ਦੈਟ ਬੌਂਡਿੰਗ। ਕਲੀਅਰ ਬੇਟਾ? ਮਤਲਬ ਇਹ ਫੋਰਸ ਦਾ ਕਾਰਨ ਇਹ ਮੀਜ਼ੋਨਸ ਦਾ ਐਕਸਚੇਂਜ ਹੈ, ਡਿਊ ਟੂ exchange of mesons, है ना। न्यूक्लियर फोर्स एग्जिस्ट बिटवीन टू पार्टिकल्स। ਹੁਣ अगर ये पार्टिकल्स बेटा दूर चला जाएगा, डिस्टेंस ਵੱਧ ਜਾਏਗਾ, है ना, फर्मिस ਤੋਂ ਜ਼ਿਆਦਾ ਹੋ ਜਾਏਗਾ, ਫਿਰ ਇਹ ਆਪਸ 'ਚ ਮੀਜ਼ੋਨਸ ਐਕਸਚੇਂਜ ਨਹੀਂ ਕਰ ਪਾਉਣਗੇ। ਜੇ ਮੀਜ਼ੋਨਸ ਐਕਸਚੇਂਜ ਨਹੀਂ ਕਰ ਪਾਉਣਗੇ ਤਾਂ ਇਹਨਾਂ 'ਚ ਕੋਈ ਬੌਂਡਿੰਗ ਨਹੀਂ ਰਹਿਣੀ, ਇਹਨਾਂ 'ਚ ਕੋਈ ਨਿਊਕਲੀਅਰ ਫੋਰਸ ਨਹੀਂ ਰਹਿਣੀ ਬੇਟਾ। ਨਿਊਕਲੀਅਰ ਫੋਰਸ ਅਗਰ ਕਿਸੇ ਪਾਰਟੀਕਲ 'ਚ ਰਹਿੰਦੀ ਹੈ ਤਾਂ ਇਟ ਇਜ਼ ਡਿਊ ਟੂ ਦਾ ਐਕਸਚੇਂਜ ਆਫ ਮੀਜ਼ੋਨਸ, ਹੈ ਨਾ। ਐਂਡ ਉਹ ਮੀਜ਼ੋਨਸ ਦਾ ਐਕਸਚੇਂਜ ਹੋਏਗਾ ਅਗਰ ਪਾਰਟੀਕਲਸ ਇੱਕ ਦੂਜੇ ਦੇ ਨੇੜੇ ਹੋਣਗੇ। ਪਾਰਟੀਕਲਸ ਕੋਈ ਮਰਜ਼ੀ ਹੋਣ, ਚਾਹੇ ਨਿਊਟਰੋਨ ਹੋਵੇ, ਪ੍ਰੋਟੋਨ ਹੋਵੇ, ਪ੍ਰੋਟੋਨ ਹੋਵੇ, ਹੈ ਨਾ, ਕੋਈ ਵੀ ਪਾਰਟੀਕਲਸ ਹੋਣ। ਸਮਝ ਗਏ ਬੇਟਾ? ਸੋ ਦਿਸ ਇਜ਼ ਅਬਾਊਟ ਨਿਊਕਲੀਅਰ ਫੋਰਸ, ਉਹਦਾ ਕਾਰਨ ਫੋਰਸ ਕਿਹੋ ਜਿਹੀ ਹੁੰਦੀ ਹੈ, ਕਿਉਂ ਲੱਗਦੀ ਹੈ, ਇਹ ਸਾਰਾ ਕੁਛ ਸੀਗਾ, ਹੈ ਨਾ। ਸੋ ਇਹ ਸਾਰਾ ਟੌਪਿਕ ਸੀਗਾ ਬੇਟਾ ਨਿਊਕਲੀਅਰ ਸਾਈਜ਼, ਨਿਊਕਲੀਅਰ ਡੈਂਸਿਟੀ, ਨਿਊਕਲੀਅਰ ਫੋਰਸ ਬਾਰੇ। ਠੀਕ ਹੈ, ਹੋਪ ਯੂ ਅੰਡਰਸਟੈਂਡ ਵੈਰੀ ਵੈਲ, ਹੈ ਨਾ। ਅਤੇ ਬੇਟਾ ਆਪਣਾ ਇਹੀ ਯੂਨਿਟ 8 ਇੱਥੇ ਤੱਕ ਹੀ ਕਰਨਾ ਆਪਾਂ ਨੇ, ਇਸ ਤੋਂ ਅੱਗੇ ਨਹੀਂ ਕਰਨਾ, ਕਿਉਂਕਿ ਇਸ ਤੋਂ ਅੱਗੇ ਸਾਰਾ ਯੂਨਿਟ ਨਾ ਕੱਟਿਆ ਜਾ ਚੁੱਕਾ ਹੈ ਆਪਣੇ ਇਸੇ ਸਾਲ ਦੇ ਸਿਲੇਬਸ 'ਚ। ਠੀਕ ਹੈ, ਸਾਰਾ ਪੋਰਸ਼ਨ ਕੱਟ ਚੁੱਕਿਆ, ਰੇਡੀਓ ਐਕਟੀਵਿਟੀ ਵਗੈਰਾ ਦਾ ਸਾਰਾ, ਹੈ ਨਾ, ਸਾਰਾ ਅੱਗੇ ਅਲਫਾ ਬੀਟਾ ਗਾਮਾ ਸਾਰੀਆਂ ਰੇਜ਼ ਕੱਟ ਚੁੱਕੀਆਂ ਨੇ ਬੇਟਾ। ਠੀਕ ਹੈ, ਉਰੇ ਤੱਕ ਹੀ ਪ੍ਰਪੇਅਰ ਕਰੋ, ਚੰਗੀ ਤਰ੍ਹਾਂ ਪ੍ਰਪੇਅਰ ਕਰੋ। ਠੀਕ ਹੈ, ਥੈਂਕ ਯੂ ਵੈਰੀ ਮੱਚ।